ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਅਰਦਾਸ ਗੁਰ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਸ਼੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੇ ਨਮੋ ਕਰ ਜੋਰੇ ਗੁਰ ਹਰਿ ਕ੍ਰਿਸ਼ਨ ਅਨਾਇਓ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰਾ ਪਰ ਪੁਨ ਪੁਨ ਸੇ ਸਾਜ ਪੁਨ ਪੁਨ ਸੇ ਸਾ ਬੰਦਾ ਵਾਰ ਜਗਦੇਸ਼ਾ ਗਿਆਨ ਹੈ ਬੈਰਾਗ ਗ੍ਰੰਥ ਸਾਹਿਬ ਉਦਦ ਅਨੁਰਾਗ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਬੰਦਨਾ ਸੀਸ ਚਰਨ ਅਰਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਇਨਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਇਨਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਪਰ ਸੁਨਾਵਨ ਕੇ ਹਿਤ ਗਾਥਾ ਮੋਰ ਸਾਥ ਉਜੋ ਜਗਨਾਥਾ
ਗਾਥਾ ਮੋਰ ਸਾਥ ਉਜੋ ਜਗਨਾਥਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰਵਣ ਕੀਤਾ ਆਪ ਜੀ ਨੇ ਚੱਲ ਰਹੀ ਇਸ ਲੜੀਵਾਰ ਗੁਰ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦੁਆਰਾ ਕਿ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਦੀ ਪਾਵਨ ਧਰਤੀ ਤੋਂ ਸਾਲਸਰਾਏ ਜੌਹਰੀ ਨੂੰ ਮੰਜੀ ਦੀ ਬਖਸ਼ਿਸ਼ ਕਰਕੇ ਗੁਰਮੁਖ ਦੀ ਪਦਵੀ ਦੇ ਕੇ ਮੰਜੀ ਤੇ ਬਿਠਾ ਕੇ ਸਤਿਗੁਰੂ ਅੱਗੇ ਵੱਲ ਨੂੰ ਚੱਲ ਪਏ ਨੇ। ਸਮੁੰਦਰ ਦਾ ਕਿਨਾਰਾ ਆਇਆ। ਸਾਹਿਬ ਜੀ ਪਾਣੀ ਦੇ ਉੱਪਰ ਜਿਵੇਂ ਚੱਲੀ ਰਹਿੰਦ ਤੁਰਦੇ ਨੇ। ਭਾਈ ਬਾਲਾ ਜੀ ਭਾਈ ਮਰਦਾਨਾ ਜੀ ਬੜੇ ਹੈਰਾਨ, ਕਹਿਣ ਲੱਗੇ ਮਹਾਰਾਜ ਆਪਾਂ ਪਾਣੀ ਤੇ ਤੁਰ ਰਹੇ ਹਾਂ। ਸਤਿਗੁਰੂ ਕਹਿੰਦੇ ਮਰਦਾਨੇ ਕੁਝ ਮਹਿਸੂਸ ਨਹੀਂ ਹੁੰਦਾ ਤੁਹਾਨੂੰ, ਆਪਾਂ ਕਿਸੇ ਚੀਜ਼ ਦੇ ਉੱਪਰ ਚੱਲ ਰਹੇ ਹਾਂ ਔਰ ਇਹ ਹੈ ਮੱਛ ਬਹੁਤ ਵੱਡਾ ਔਰ ਇਤਨੀ ਇਹਦੀ ਲੰਬਾਈ ਹੈ। ਭਾਈ ਮਰਦਾਨਾ ਜੀ ਬੜੇ ਹੈਰਾਨ। ਚਲਦੇ ਚਲਦੇ ਸਾਹਿਬ ਉਸ ਮੱਛ ਦੇ ਮੁਖ ਉੱਪਰ ਜਾ ਕੇ ਬੈਠ ਗਏ ਨੇ ਉਹਦੇ ਸਿਰ ਤੇ ਜਿਵੇਂ ਹੀ ਸਤਿਗੁਰੂ ਜੀ ਨੇ ਉਥੇ ਸੁਭਾਏਮਾਨ ਹੋਣਾ ਕੀਤਾ, ਉਸ ਮੱਛ ਦੀ ਦੇਹ ਪਲਟੀ ਤੇ ਬਾਲਾ ਜੀ ਤੇ ਮਰਦਾਨਾ ਜੀ ਬੜੇ ਹੈਰਾਨ। ਸਾਹਿਬ ਕਹਿਣ ਲੱਗੇ ਤੂੰ ਕੌਣ ਹੈ ਔਰ ਤੂੰ ਮੱਛ ਦੀ ਜੂਨ ਵਿੱਚ ਕਿਵੇਂ ਬਿਆਸ ਹੋ ਇਹ ਦੱਸਣਾ ਕਰ। ਉਹ ਕਹਿਣ ਲੱਗਾ ਮਹਾਰਾਜ ਤੁਸੀਂ ਤੇ ਅੰਤਰਜਾਮੀ ਜੇ, ਤੁਹਾਨੂੰ ਤੇ ਸਭ ਪਤਾ ਹੈ, ਪਰ ਅਪਰ ਸੁਨਾਵਨ ਕੇ ਹਿਤ ਗਾਥਾ ਪਰ ਤੁਸੀਂ ਦੂਸਰਿਆਂ ਨੂੰ ਸੁਣਾਉਣ ਲਈ ਮੇਰੀ ਇਹ ਗਾਥਾ ਮੋਰ ਸਾਥ ਪੂਜੋ ਜਗਨਾਥਾ ਇਹ ਜਗਤ ਦੇ ਸਾਈਂ, ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਤਾਂ ਤੁਸੀਂ ਮੈਥੋਂ ਪੁੱਛਦੇ ਜੇ ਬਈ ਤੂੰ ਦੱਸ ਤੂੰ ਕੌਣ ਹੈ, ਤੁਹਾਨੂੰ ਤੇ ਪਤਾ ਹੈ, ਪਰ ਤੁਸੀਂ ਹੋਰਨਾਂ ਨੂੰ, ਆਪਣੇ ਸਾਥੀਆਂ ਨੂੰ, ਆਪਣੀਆਂ ਸੰਗਤਾਂ ਨੂੰ ਸੁਣਾਉਣ ਲਈ ਕਿ ਮੇਰਾ ਹਾਲ ਮੈਥੋਂ ਪੁੱਛਦੇ ਹੋ ਜੀ। ਤ੍ਰੇਤੇ ਜੁਗ ਭਾ ਜਨਕ ਵਿਦੇਹੀ ਕਹਿਣ ਲੱਗਾ ਮਹਾਰਾਜ ਸੁਣੋ, ਤ੍ਰੇਤਾ ਯੁੱਗ ਸੀ ਜਦੋਂ ਰਾਜਾ ਜਨਕ ਜੀ ਵਿਦੇਹੀ ਬਹੁਤ ਉੱਚ ਅਵਸਥਾ ਦੇ ਜਿਹੜੇ ਮਾਲਕ ਹੋਏ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ ਤਿਹ ਸੇਵਕ ਹਾਂ ਸੇਵਕ ਰਹੀ। ਮੈਂ ਉਹਨਾਂ ਦਾ ਸੇਵਕ ਸੀ ਮਹਾਰਾਜ। ਤ੍ਰੇਤੇ ਯੁੱਗ ਵਿੱਚ ਮੈਂ ਰਾਜਾ ਜਨਕ ਜੀ ਦਾ ਸੇਵਾਦਾਰ ਸੀ, ਸੇਵਕ ਸੀ ਤੇ ਮੈਂ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਕਾਜ ਕਰਨ ਕੁਛ ਭਾਖਾ ਇੱਕ ਦਿਨ ਦੀ ਗੱਲ
ਸਤਿਗੁਰੂ ਰਾਜਾ ਜਨਕ ਜੀ ਨੇ ਮੈਨੂੰ ਕੁਝ ਕੰਮ ਕਰਨ ਲਈ ਆਖਣਾ ਕੀਤਾ। ਕੀਨ ਤਵੈ ਮਹਿਰ ਸੁਰ ਰਾਖਾ। ਸਤਿਗੁਰੂ ਮੈਂ ਖਿਝ ਗਿਆ, ਮੈਂ ਖਿਝ ਰੱਖੀ ਆਪਣੇ ਮਨ ਵਿੱਚ ਵੀ ਸਾਰੀ ਦਿਹਾੜੀ ਮੈਨੂੰ ਕਹਿੰਦੇ ਰਹਿੰਦੇ ਨੇ ਆਹ ਕਰ ਆਹ ਕਰ। ਜਨਕ ਜਾਨ ਮਨ ਬਚਨ ਬਖਾਨਾ। ਰਾਜਾ ਜਨਕ ਜੀ ਉਹ ਅੰਤਰਜਾਮੀ ਨੇ ਤੇ ਉਹਨਾਂ ਨੇ ਮੈਨੂੰ ਪਰਖ ਲਿਆ, ਮੇਰੇ ਮਨ ਦੀ ਦਸ਼ਾ ਜਾਣ ਕੇ ਰਾਜਾ ਜਨਕ ਜੀ ਦੇ ਮੁਖੋਂ ਸੁਭਾਵਕ ਬੋਲ ਨਿਕਲੇ ਸਨ। ਤਰਖ ਦੀਨ ਜਿਉ ਕਾਜ ਕਰਾਨਾ। ਕਹਿਣ ਲੱਗੇ ਤੂੰ ਬੜਾ ਤੜਫਦਾ ਮੱਛੀ ਵਾਂਗ। ਮੱਛੀ ਜਿਵੇਂ ਪਾਣੀ ਤੋਂ ਬਿਨਾਂ ਤੜਫਦੀ ਹੁੰਦੀ ਹੈ ਨਾ, ਆਏ ਤੂੰ ਤੜਫਦਾ ਜੇ। ਐਸੀ ਤਰਲੋ ਮੱਛੀ ਹੈ ਤੇਰੇ ਅੰਦਰ ਤਾਂ ਤੜਫ ਤੜਫ ਕੇ ਜੋ ਮੈਂ ਤੈਨੂੰ ਕੰਮ ਦੱਸਿਆ ਉਹ ਤੂੰ ਮੱਛੀ ਵਾਂਗ ਤੜਫ ਕੇ ਕਰਦਾ ਏ। ਤਿਨ ਕੇ ਬਚਨ ਲੀਨ ਤਨ ਪਾਇਓ। ਸਤਿਗੁਰੂ ਉਹ ਹੁਣ ਬਚਨਾਂ ਦੇ ਪੂਰੇ ਸਨ। ਰਾਜਾ ਜਨਕ ਜੀ ਭਗਤ ਸਨ, ਉਹਨਾਂ ਦਾ ਬਚਨ ਪੂਰਾ ਹੋਇਆ ਤੇ ਉਹਨਾਂ ਦੇ ਬਚਨਾਂ ਦੀ ਬਦੌਲਤ ਮੈਂ ਇਹ ਮੀਨ ਦਾ ਤਨ, ਮੱਛ ਦਾ ਸਰੀਰ, ਮੱਛ ਦੀ ਜੂਨੀ ਪ੍ਰਾਪਤ ਕੀਤੀ। ਤੁਮਰ ਚਰਨ ਪਰਸ ਛੁਟਕਾਇਓ। ਮਹਾਰਾਜ ਅੱਜ ਰੱਬ ਦੇ ਚਰਨ ਪਰਸ ਲਏ ਮੇਰੇ ਤਨ ਨੇ, ਅੱਜ ਤੁਹਾਡੇ ਚਰਨ ਪਰਸ ਲਏ ਗੁਰੂ ਨਾਨਕ ਸਾਹਿਬ, ਤੇ ਤੁਸਾਂ ਮੈਨੂੰ ਇਸ ਜੂਨੀ ਤੋਂ, ਮੱਛ ਦੀ ਜੂਨ ਤੋਂ ਮੁਕਤ ਕਰ ਦਿੱਤਾ ਹੈ ਜੀ। ਆਸ ਕਹਿ ਦੇਵ ਸਦਨ ਕੋ ਗਇਓ। ਇੰਜ ਕਹਿ ਕੇ ਉਹ ਦੇਵ ਸਦਨ, ਦੇਵਤਿਆਂ ਦੇ ਘਰ, ਦੇਵ ਲੋਕ, ਸਵਰਗ ਲੋਕ ਚਲਿਆ ਗਿਆ। ਜਨਕ ਸਰਾਪ ਤੇ ਛੂਟਤ ਭਇਓ। ਜਨਕ ਰਾਜਾ ਜੀ ਦਾ ਜਿਹੜਾ ਦਿੱਤਾ ਹੋਇਆ ਸਰਾਪ ਸੀ ਜਾਂ ਸੁਭਾਵਕ ਬੋਲ ਬੋਲੇ ਸਨ, ਉਹਨਾਂ ਬਚਨਾਂ ਤੋਂ ਅੱਜ ਛੁਟਕਾਰਾ ਹੋ ਗਿਆ। ਇਸ ਮੱਛ ਦਾ ਬਹੁਰ ਆਗੇ ਦੀਨ ਬਿਆਨਾ। ਮੋੜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਵੱਲ ਜਾਣਾ ਕੀਤਾ। ਚਲਤੇ ਮਗ ਬੋਲਿਓ ਮਰਦਾਨਾ। ਚੱਲਦੇ ਚੱਲਦੇ ਰਸਤੇ ਵਿੱਚ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਇੰਜ ਕਹਿੰਦੇ ਹਨ, ਸ਼੍ਰੀ ਪ੍ਰਭ ਬਖਸ਼ੋ ਖਤਾ ਹਮਾਰੀ। ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਪ੍ਰਭੂ ਜੀ ਸਾਡੀ ਖਤਾ ਬਖਸ਼ ਦਿਓ, ਮੇਰਾ ਗੁਨਾਹ ਬਖਸ਼ ਦਵੋ ਜੀ। ਮੈਂ ਨਹਿ ਮਹਿਮਾ ਲਖੀ ਤੁਮਾਰੀ। ਸਾਹਿਬ ਮੈਂ ਤੁਹਾਡੀ ਮਹਿਮਾ ਹੀ ਨਹੀਂ ਜਾਣੀ ਅੱਜ ਤੱਕ। ਤੁਹਾਡੇ ਚਰਨਾਂ ਵਿੱਚ ਰਹਿਣਾ ਬਚਪਨ ਤੋਂ, ਤੁਹਾਡੀ ਸੰਗਤ ਕਰਦਾ, ਤੁਹਾਡੇ ਦਰਸ਼ਨ ਕਰਦਾ, ਤੁਹਾਡਾ ਉਪਦੇਸ਼ ਸੁਣਦਾ, ਪਰ ਇਹ ਸਭ ਕੁਝ ਕਰਕੇ ਵੀ ਮੈਂ ਤੁਹਾਡੀ ਮਹਿਮਾ ਨਹੀਂ ਜਾਣੀ ਹੁਣ ਤੱਕ। ਸਨਮੁਖ ਬਚਨ ਕਹਿਤ ਨਿਤ ਰਹਤਾ। ਇਸੇ ਕਰਕੇ ਮੈਂ ਤੁਹਾਡੇ ਸਨਮੁਖ ਰੋਜ਼ ਬੋਲਦਾ ਰਹਿਣਾ ਕੁਝ ਨਾ ਕੁਝ, ਤੁਹਾਡੇ ਬਚਨਾਂ ਨੂੰ ਕੱਢ ਦੇਣਾ ਪੈਣਾ। ਤੁਹਾਡੇ ਬਚਨਾਂ ਤੇ ਮੈਂ ਤਰਕ ਕਰਦਾ ਰੋਜ਼। ਆਦਰ ਰਾਖਣ ਵਿਦ ਨਹਿ ਲਹਿਤਾ। ਸਤਿਗੁਰੂ ਮੈਨੂੰ ਸਮਝ ਕੋਈ ਨਹੀਂ ਕਿ ਤੁਹਾਡਾ ਆਦਰ ਕਿਵੇਂ ਰੱਖਿਆ ਜਾ ਸਕਦਾ ਹੈ। ਤੁਹਾਡਾ ਸਨਮਾਨ ਰੱਖਣ ਦੀ ਮੈਨੂੰ ਵਿਧ ਨਹੀਂ ਆਉਂਦੀ
ਕਿਉਂਕਿ ਮੈਂ ਨਾਦਾਨ ਬੇਸਮਝ ਮੂਰਖ ਹਾਂ, ਮੇਰੀ ਮੱਤ ਬੜੀ ਤੁਸ਼ ਹੈ ਜੀ। ਇਕ ਬਦਨ ਤੇ ਬਚਨ ਉਚਾਰੇ, ਤੇ ਮੈਨੂੰ ਬਖਸ਼ ਦਿਓ ਸਤਿਗੁਰੂ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਇੰਜ ਬਚਨ ਕਰਦੇ ਨੇ ਮੁਖੋਂ, ਪੂਰਬ ਬਖਸ਼ੇ ਗੁਣ ਹੈ ਤੁਮਾਰੇ। ਸਾਹਿਬ ਕਹਿੰਦੇ ਮਰਦਾਨੇ ਕਮਾਲ ਹੈ, ਤੈਥੋਂ ਰੱਬੀ ਗੁਣ ਗਵਾਉਂਦੇ ਹਾਂ ਅਸੀਂ, ਤੇ ਜੀਤੋਂ ਅਸੀਂ ਰੱਬੀ ਗੁਣ ਗਵਾਉਂਦੇ ਹਾਂ ਉਹਨੂੰ ਪਹਿਲਾਂ ਬਖਸ਼ ਦਿੰਦੇ ਹੁੰਦੇ ਆ, ਫੇਰ ਉਹਨੂੰ ਜਸ ਦਈਦਾ ਆਪਣਾ। ਗੁਰਬਾਣੀ ਦਾ ਫਰਮਾਨ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਇਹ ਮੇਰੇ ਪਿਆਰੇ ਵਾਹਿਗੁਰੂ ਸਤਿਗੁਰੂ ਜਿਹਨੂੰ ਤੁਸੀਂ ਬਖਸ਼ ਲੈਂਦੇ ਹੋ, ਨਿਸ਼ਾਨੀ ਕੀ ਹੈ ਵੀ ਤੁਸੀਂ ਬਖਸ਼ ਦਿੱਤਾ ਕਿਸੇ ਨੂੰ, ਬਸ ਉਹ ਤੋਂ ਤੁਸੀਂ ਆਪਣਾ ਜਸ ਗਵਾਉਂਦੇ ਹੋ, ਤੁਹਾਡੀ ਨਿਸ਼ਾਨੀ ਜੇ ਵੀ ਬਖਸ਼ਿਆ ਹੋਇਆ। ਸਤਿਗੁਰੂ ਕਹਿੰਦੇ ਮਰਦਾਨੇ ਕਿੱਧਰ ਭੁੱਲਿਆ ਫਿਰਦਾ ਤੂੰ। ਮਹਾਰਾਜ ਕਹਿੰਦੇ ਪੂਰਬ ਪਹਿਲਾਂ ਸੀ ਤੈਨੂੰ ਬਖਸ਼ਿਆ, ਫੇਰ ਜਸ ਦਿੱਤਾ ਤੈਨੂੰ ਪਰਮਾਤਮਾ ਦਾ ਗਾਇਨ ਕਰਨ ਲਈ। ਪਾਛੇ ਤੇ ਆਪਣੇ ਸੰਗ ਲੀਨੋ, ਪਿੱਛੋਂ ਰੱਖਿਆ ਤੈਨੂੰ ਆਪਣੇ ਨਾਲ, ਅਸੀਂ ਆਪਣੇ ਨਾਲ ਤੈਨੂੰ ਬਾਅਦ ਵਿੱਚ ਲਿਆ ਸਾਂ। ਪਹਿਲਾਂ ਤੇਰੇ ਤਮਾਮ ਗੁਨਾਹ ਬਖਸ਼ ਦਿੱਤੇ ਅਸੀਂ, ਜਨਮਾਂਤਰਾਂ ਦੇ। ਕਿਉਂ ਸੰਸਾਰ ਤੁਮ ਉਰ ਮਹਿ ਕੀਨੋ। ਸਾਹਿਬ ਕਹਿੰਦੇ ਮਰਦਾਨੇ ਕਿਉਂ ਬਈ ਤੂੰ ਇਹ ਸੰਸਾ ਆਪਣੇ ਮਨ ਵਿੱਚ ਕਿਉਂ ਕੀਤਾ ਵੀ ਮੈਂ ਬਖਸ਼ਿਆ ਜਾਊਂ, ਮੈਂ ਗੁਨਾਹਗਾਰ ਹਾਂ। ਗੁਰੂ ਕਹਿੰਦੇ ਪਹਿਲਾਂ ਮੈਂ ਬਖਸ਼ਦਾ ਹੁੰਦਾ ਆਪਣੇ ਸੇਵਕ ਨੂੰ, ਸਿੱਖ ਨੂੰ, ਫਿਰ ਉਹਨੂੰ ਆਪਣੇ ਨਾਲ ਰੱਖਦਾ, ਫਿਰ ਉਹਨੂੰ ਆਪਣੇ ਚਰਨਾਂ ਵਿੱਚ ਰੱਖਦਾ, ਫਿਰ ਉਹਨੂੰ ਆਪਣੀ ਸੰਗਤ ਵਿੱਚ ਰੱਖਦਾ। ਹਾਂ ਵਿਗਸਿਓ ਮਰਦਾਨਾ ਤਵਹਿ ਚਲੇ ਸਿੰਧ ਪਰ ਜਾਏ। ਇਹ ਸੁਣ ਕੇ ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਮੁੰਦਰ ਦੇ ਉੱਪਰ ਪਾਣੀ ਦੇ ਉੱਪਰ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਮਰਦਾਨਾ ਜੀ ਚੱਲੇ ਜਾ ਰਹੇ ਹਨ। ਤਬ ਖੁਦਾਏ ਮਹਿ ਭੇਦ ਨਹਿ, ਇਸ ਵਿਦ ਬਚਨ ਅਲਾਏ। ਮਰਦਾਨਾ ਜੀ ਚਲਦੇ ਚਲਦੇ ਕਹਿੰਦੇ ਮਹਾਰਾਜ ਤੇਰੇ ਵਿੱਚ ਤੇ ਖੁਦਾ ਵਿੱਚ ਇਹ ਗੁਰੂ ਨਾਨਕ ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਤੂੰ ਹੀ ਖੁਦਾ ਹੈ ਮੇਰਾ। ਇਹ ਮੇਰੇ ਗੁਰੂ ਨਾਨਕ ਸਾਹਿਬ। ਸ੍ਰੀ ਗੁਰ ਕਹੈ ਨ ਬਚਨ ਅਲਾਵੋ। ਸਾਹਿਬ ਕਹਿੰਦੇ ਮਰਦਾਨੇ ਹੁਣ ਹੋਰ ਨਾ ਕੁਝ ਕਹਿ, ਆਪਣੇ ਮੁਖੋਂ ਦੂਸ਼ਣ ਮਮ ਪਛਤਾਵੈ ਆਵੋ। ਚੁੱਪਚਾਪ ਖਾਮੋਸ਼ ਹੋ ਕੇ ਮੇਰੇ ਪਿੱਛੇ ਪਿੱਛੇ ਚਲਦੇ ਰਹੋ। ਏ ਪ੍ਰਭ ਡਰ ਕਾਂਕੋ ਅਬ ਮੋਹੀ। ਮਰਦਾਨਾ ਜੀ ਕਹਿੰਦੇ हे ਪ੍ਰਭੂ ਜੀ, ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ, ਜਦੋਂ ਤੁਸੀਂ ਮੇਰੇ ਨਾਲ ਹੋ ਤੇ ਮੈਂ ਤੁਹਾਡੇ ਚਰਨਾਂ ਵਿੱਚ ਹਾਂ, ਪਰ ਮੈਨੂੰ ਕਿਹਦਾ ਡਰ, ਮੈਨੂੰ ਕਿਸ ਦਾ ਡਰ। ਸਤਿਗੁਰੂ ਤੁਮਰੋ ਸੰਗ ਸਦਾ ਜੋ ਹੋਈ। ਮਹਾਰਾਜ ਜਿਹੜਾ ਸਦਾ ਹੀ ਮੈਨੂੰ ਤੁਹਾਡਾ ਸੰਗ ਹੈ, ਤੁਹਾਡੀ ਸੰਗਤ ਮੈਨੂੰ ਸਦਾ ਹੀ ਹੈ, ਅੱਠੇ ਪਹਿਰ ਹੈ।
ਤੇ ਜਿਹਦੇ ਨਾਲ ਗੁਰੂ ਹੋਵੇ ਉਹਨੂੰ ਤੇ ਮੌਤ ਦਾ ਵੀ ਡਰ ਨਹੀਂ ਹੁੰਦਾ ਮਹਾਰਾਜ। ਮੈਨੂੰ ਕਾਹਦਾ ਡਰ, ਬਹੁਰੋ ਭਗਤ ਭਏ ਗਤ ਦਾਏ। ਇਹ ਸੁਣ ਕੇ ਮੁਕਤੀ ਦੇ ਦਾਤੇ, ਮੁਕਤੀ ਦੇ ਦਾਨੀ ਧੰਨ ਗੁਰੂ ਨਾਨਕ ਸਾਹਿਬ ਮੁੜ ਆਖਦੇ ਹਨ, ਅਗਰਜ ਆਵਤ ਵੱਡੀ ਬਲਾਏ। ਨਾਲੇ ਕਹਿੰਦੇ ਉਹ ਵੇਖ ਕੀ ਤੁਰਿਆ ਆਉਂਦਾ, ਉਹ ਅੱਗੇ ਵੱਡੀ ਬਲਾ ਤੁਰੀ ਆਉਂਦੀ ਹੈ ਮਰਦਾਨੇ। ਰੂਪ ਭਿਆਨਕ ਦੇਹ ਵਿਸ਼ੇਖੀ। ਭਿਆਨਕ ਰੂਪ ਹੈ ਵੇਖ, ਵਿਸ਼ੇਸ਼ ਕਰਕੇ ਉਹ ਵੇਖ ਕੀ ਤੁਰੀ ਆਉਂਦੀ ਹੈ ਅੱਗੇ। ਦਰ ਪਾਵੈ ਜਿਨ ਅੰਗਨ ਦੇਖੀ। ਮਹਾਰਾਜ ਕਹਿੰਦੇ ਵੇਖ, ਸਾਹਮਣੇ ਵੇਖ। ਤੇ ਭਾਈ ਮਰਦਾਨਾ ਜੀ ਨੇ ਜਦੋਂ ਤੱਕਿਆ, ਉਹਦੇ ਸਰੀਰ ਵੱਲ ਵੇਖ ਕੇ, ਉਹਦੇ ਅੰਗਾਂ ਵੱਲ ਵੇਖ ਕੇ ਐਨ ਅੰਦਰ ਕਾਂਬਾ ਛਿੜਦਾ ਏ। ਬੋਲਿਓ ਭੈ ਧਰ ਕੈ ਮਰਦਾਨਾ। ਮਨ ਵਿੱਚ ਭੈ ਧਾਰਨ ਕਰਕੇ ਭਾਈ ਮਰਦਾਨਾ ਜੀ ਇੰਜ ਬੋਲੇ ਹਨ, ਕਿਉਂ ਅਬ ਅਗਰਜ ਕਰੋ ਬਿਆਨਾ। ਇਹ ਮਹਾਰਾਜ ਰਹਿਣ ਦੋ, ਰੁਕ ਜਾਓ। ਸਤਿਗੁਰੂ ਪਤਾ ਵੀ ਸਾਹਮਣੇ ਬਲਾ ਹੈ, ਜ਼ਰੂਰ ਪੰਗਾ ਲੈਣਾ ਹੈ। ਤੁਸੀਂ ਕਿਉਂ ਅੱਗੇ ਵੱਲ ਸਤਿਗੁਰੂ ਹੁਣ ਤੁਰਦੇ ਹੋ? ਪੂਰਨ ਹਟ ਕਰ ਚਲੋ ਵਿਸ਼ਾਰੀ। ਚਲੋ ਮਹਾਰਾਜ ਪਿੱਛੇ ਮੁੜੋ, ਇੱਥੋਂ ਦੌੜੀਏ ਸਤਿਗੁਰੂ। ਇਹ ਤੇ ਬਹੁਤ ਵੱਡੀ ਬਲਾ ਹੈ, ਕੋਈ ਜ਼ਰੂਰੀ ਫਸਣਾ ਹੈ ਇਹਦੇ ਚੁੰਗਲ ਵਿੱਚ। ਰੱਖੋ ਇਸ ਤੇ ਦੇਹ ਹਮਾਰੀ। ਮਹਾਰਾਜ ਬਚਾਓ, ਸਾਡੀ ਦੇਹੀ ਬਚਾਓ ਇਹ ਤੋਂ। ਤੇ ਮਹਾਰਾਜ ਖਾਜੂ ਜਿਉਂਦਿਆਂ ਨੂੰ, ਮੈਨੂੰ ਤੇ ਬਾਲੇ ਨੂੰ। ਇੱਕ ਭੈ ਆਤੁਰ ਕਿਰਪਾ ਨਿਧਾਨਾ। ਸਤਿਗੁਰੂ ਜੀ ਨੇ ਵੇਖਿਆ ਵੀ ਜਦੋਂ ਭੈ ਕਰਕੇ ਦੁਖੀ ਹੋਏ ਹੈ ਭਾਈ ਮਰਦਾਨਾ ਜੀ ਦਾ ਮਨ। ਮੁਸਕਾਵਤ ਮੁਖ ਬਚਨ ਬਖਾਨਾ। ਸਤਿਗੁਰੂ ਮੁਸਕਰਾਉਂਦੇ ਹੋਏ ਗੁਰੂ ਨਾਨਕ ਸਾਹਿਬ ਮੁਖੋਂ ਬਚਨ ਕੀਤਾ ਸਾਹਿਬ ਨੇ, ਭਾਗੇ ਤੇ ਅਬ ਜਾਏ ਨਾ ਦੇ। ਮਹਾਰਾਜ ਕਹਿੰਦੇ ਮਰਦਾਨੇ ਭੱਜਣਾ ਕਿੱਥੇ ਹੈ ਹੁਣ? ਹੁਣ ਇਹਨੇ ਭੱਜਣ ਥੋੜੀ ਦੇਣਾ ਆਪਾਂ ਨੂੰ। ਜਿਹੜੀ ਸਾਹਮਣੇ ਤੁਰੀ ਆਉਂਦੀ ਹੈ ਬਲਾ, ਇਹਨੇ ਭੱਜਣ ਕੋਈ ਨਹੀਂ ਜੇ ਦੇਣਾ ਹੁਣ ਆਪਾਂ ਨੂੰ। ਧਾਏ ਸਮੀਪ ਪਹੁੰਚ ਗਹਿਲੇ। ਇਹਨੇ ਤੇ ਮਗਰ ਪੈ ਜਾਣਾ ਆਪਣੇ, ਭਾਵੇਂ ਜਿੱਥੇ ਨੂੰ ਮਰਜ਼ੀ ਭੱਜ ਲੈ ਮਰਦਾਨੇ, ਇਹਨੇ ਦੌੜ ਕੇ ਪਿੱਛੋਂ ਪਕੜ ਲੈਣਾ ਹੈ ਤੈਨੂੰ। ਜਾਂ ਤੇ ਆਗੇ ਹੀ ਚੱਲੋ ਭਲੀ ਕਰੈ ਕਰਤਾਰ। ਮਹਾਰਾਜ ਕਹਿੰਦੇ ਕਰਤਾਰ ਭਲੀ ਕਰੂ, ਰੱਬ ਰੱਬ ਕਰ, ਐਵੇਂ ਨਾ ਡਰੀ ਜਾ। ਚਲੋ ਵੇਨੇ ਅੱਗੇ ਚੱਲਦੇ ਆ। ਕਰਤਾਰ ਭਲੀ ਕਰਨਗੇ। ਕਲਹਿ ਸਨਮੁਖ ਆਵਤ ਭਈ। ਇਹ ਕੌਣ ਸੀ? ਇਹ ਕਲਹਿ ਸੀ। ਕਲਹਿ ਨਾਰਦ ਦੀ ਇਸਤਰੀ ਦਾ ਨਾਮ ਹੈ। ਨਾਰਦ ਮੁਨੀ ਦੀ ਜਿਹੜੀ ਇਸਤਰੀ ਹੈ ਉਹਦਾ ਨਾਮ ਹੈ ਕਲਹਿ, ਤੇ ਬੜਾ ਭਿਆਨਕ ਸਰੂਪ ਹੈ ਉਹਦਾ। ਉਹ ਸਾਹਮਣੇ ਆ ਰਹੀ ਸੀ। ਚਾਹੇ ਵੇਖ ਵਿਕਰਾਰ। ਉਹਦਾ ਜਿਹੜਾ ਵੇਖ ਸੀ, ਸਰੂਪ ਸੀ, ਬੜਾ ਭਿਆਨਕ ਸੀ। ਵੇਚਕ ਬਰਨ ਅਰੁਣ ਚਖ ਜਾਂਕੇ। ਰੰਗ ਕਾਲਾ ਸੀ ਉਹਦਾ ਤਵੇ ਵਰਗਾ, ਅੱਖਾਂ ਉਹਦੀਆਂ ਲਾਲ ਸਨ, ਬੜੀਆਂ ਡਰਾਉਣੀਆਂ। ਦੀਰਘ ਦਾੰਤ ਭਿਆਨਕ ਤਾਂਕੇ। ਐਡੇ ਐਡੇ ਦੰਦ ਨਿਕਲੇ ਹੋਏ ਸਨ ਬਾਹਰ ਮੂੰਹ ਚੋਂ, ਬੜੇ ਭਿਆਨਕ। ਆਤ ਨਰਨ ਜਿਹ ਗਰੀਬਾ ਡਾਰੀ। ਕਹਿੰਦੇ ਮਨੁੱਖਾਂ ਦੀਆਂ ਆਂਦਰਾਂ ਉਹਨੇ ਆਪਣੇ ਗਲ ਦੇ ਵਿੱਚ ਐ ਮਾਲਾ ਬਣਾ ਕੇ ਮਾਨੋ
ਪੈਨੀਆਂ ਸਨ। ਕਰਮ ਰਖਤ ਕਪਾਲੀ ਧਾਰੀ। ਹੱਥ ਦੇ ਵਿੱਚ ਠੂਠਾ ਪਕੜਿਆ ਹੋਇਆ ਸੀ ਕੱਪਰ ਖੂਨ ਦਾ ਭਰਿਆ ਹੋਇਆ। ਰੋਹਿਤ ਬਾਲ ਛੁੱਟੇ ਜਿਸ ਪੀਠਾ। ਤੇ ਉਹਦੇ ਜਿਹੜੇ ਵਾਲ ਸਨ ਲਾਖੇ ਸਨ, ਲਾਖੇ ਲੰਬੇ ਲੰਬੇ ਵਾਲ ਆਏ ਨੇ ਪਿੱਠ ਦੇ ਉੱਪਰ ਸੁੱਟੇ ਸਨ। ਪਾਵਤ ਸੁਰ ਅਸੁਰ ਹੈ ਡੀਠਾ। ਉਹਦਾ ਇਹ ਵੇਸ ਵੇਖ ਕੇ ਮਾਨੋ ਦੇਵਤੇ ਤੇ ਦੈਂਤ ਵੀ ਪੈ ਪੀਤ ਹੋ ਜਾਣ। ਉਹ ਦੇਵਤੇ ਆ ਤੇ ਦੈਂਤਾਂ ਨੂੰ ਵੀ ਕਪਾਉਂਦੀ ਸੀ। ਕਿਤਨਾ ਭਿਆਨਕ ਸਰੂਪ। ਬਦਨ ਪਸਾਰੇ ਸਣ ਮੁਖ ਆਈ। ਫੈਲਾ ਕੇ ਐ ਵੀ ਜਿਵੇਂ ਖਾਜ ਚੱਬ ਚੂਚੇ ਹੁੰਦੀ ਐ ਸਾਹਮਣੇ ਆਈ। ਜਬ ਹੈ ਵਿਲੋਕੀ ਸ੍ਰੀ ਜਗ ਸਾਈ। ਜਦੋਂ ਸਤਿਗੁਰੂ ਜਗਤ ਦੇ ਸਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਇਹ ਤਾਂ ਮੂੰਹ ਤੱਡੀ ਆਉਂਦੀ ਹੈ, ਐਡੇ ਐਡੇ ਦੰਦ ਇਹਦੇ। ਇੱਕ ਡੰਡਾ ਪੁਨ ਜਲ ਮੈਂ ਦੇਖਾ। ਸਤਿਗੁਰੂ ਜੀ ਨੇ ਡੰਡਾ ਸੀ ਜਲ ਵਿੱਚ, ਸਮੁੰਦਰ ਵਿੱਚ, ਤੇ ਮਹਾਰਾਜ ਜੀ ਨੇ ਉਸ ਡੰਡੇ ਨੂੰ ਜਦੋਂ ਸਾਹਮਣੇ ਵੇਖਿਆ। ਪਹਿਲੀ ਨੂੰ ਨਿਜ ਹੱਥ ਵਿਸ਼ੇਖਾ। ਸਤਿਗੁਰੂ ਜੀ ਨੇ ਉਹ ਡੰਡਾ ਆਪਣੇ ਹੱਥ ਵਿੱਚ ਪਕੜਿਆ। ਤੁਰਨ ਦੌਰੇ ਜਗ ਟਿਕ ਆਈ। ਜਦੋਂ ਐਨ ਭੱਜੀ ਆਉਂਦੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਕੋਲ ਆਈ। ਸੋ ਡੰਡਾ ਮੁਖ ਦੀਨ ਚਲਾਈ। ਮਹਾਰਾਜ ਜੀ ਨੇ ਐ ਮਾਰਿਆ ਡੰਡਾ ਉਹਦੇ ਮੂੰਹ ਵੱਲ। ਬਲ ਕਰ ਗਹਿਣ ਲੱਗੀ ਨਿਜ ਹੱਥਾ। ਜਦੋਂ ਆਪਣੇ ਹੱਥਾਂ ਨਾਲ ਜ਼ੋਰ ਦੇ ਨਾਲ ਉਸ ਡੰਡੇ ਨੂੰ ਉਹ ਕਲ ਹੈ ਨਾਰਦ ਦੀ ਇਸਤਰੀ ਪਕੜਨ ਲੱਗੀ। ਕਛ ਨਾ ਚੱਲਿਓ ਬਸ ਤਿਹ ਕੇ ਸਾਥਾ। ਬਸ ਕੋਈ ਉਹਦਾ ਜ਼ੋਰ ਨਾ ਚੱਲਿਆ, ਵਸ ਨਾ ਚੱਲਿਆ। ਜੋ ਗੁਰੂ ਦੀ ਕਲਾ ਉਹਦੇ ਸਾਹਮਣੇ। ਜਬ ਗਾ ਅੰਤਰ ਦੁਖਤ ਪੁਕਾਰੀ। ਜਦੋਂ ਡੰਡਾ ਉਹਦੇ ਮੂੰਹ ਦੇ ਵਿੱਚ ਗਿਆ, ਚੀਕਾਂ ਮਾਰੇ ਉਹਦੇ, ਬੜੀ ਦੁਖੀ ਹੋ ਗਈ, ਪੁਕਾਰ ਕਰਨ ਲੱਗੀ। ਕਲ ਹੈ ਪੀੜਤ ਹਵੈ ਲੋਚਨ ਹੰਸ ਡਾਰੇ। ਕਹਿੰਦੇ ਅੱਖੀਆਂ ਚੋਂ ਹੰਝੂ ਘੇਰੇ। ਐਸੀ ਪੀੜਾ ਹੋਈ ਜਦੋਂ ਉਹਦੇ ਗਲ ਦੇ ਵਿੱਚ ਉਹ ਡੰਡਾ ਫਸਿਆ ਜਾ ਕੇ। ਬਹੁਤ ਦੁਖੀ ਹੋਈ ਨਾਰਦ ਦੀ ਇਸਤਰੀ। ਕਲ ਹੈ ਪੁਨ ਨਾਰਦ ਮੁਨ ਬੇਨ ਕਰ ਪ੍ਰੇਮ ਭਗਤ ਮੈਂ ਲੀਨ। ਮੁੜ ਨਾਰਦ ਮੁਨੀ ਪ੍ਰਗਟ ਹੋਏ ਸਾਹਮਣੇ। ਹੱਥ ਵਿੱਚ ਵੀਣਾ ਹੈ ਤੇ ਮਨ ਬੜਾ ਪ੍ਰੇਮ ਵਿੱਚ ਲੀਨ ਹੈ। ਨਾਰਦ ਦਾ ਗਾਵਤ ਗੁਣ ਕਰਤਾਰ ਕੇ ਆਨ ਦਰਸ ਗੁਰ ਕੀਨ। ਨਾਰਦ ਕਰਤਾਰ ਦੇ ਗੁਣ ਗਾਉਂਦੇ ਆ ਰਹੇ ਨੇ ਤੇ ਆ ਕੇ ਉਹਨਾਂ ਨੇ ਕਰਤਾਰ ਦੇ ਹੀ, ਰੱਬ ਦੇ ਹੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਦੋਹ ਦਿਸ ਬੰਦਹ ਸੀਸ ਨਿਵਾਈ। ਸਤਿਗੁਰੂ ਜੀ ਦੇ ਚਰਨਾਂ ਤੇ ਨਾਰਦ ਮੁਨੀ ਨੇ ਮੱਥਾ ਟੇਕਿਆ, ਸੀਸ ਰੱਖਿਆ। ਕਹਿ ਕਰ ਕਲਹ ਕੋ ਦੀਨ ਛੁਟਾਈ। ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਛੱਡ ਦਿਓ ਇਹਨੂੰ ਬਖਸ਼ ਦਿਓ। ਇਹ ਸਤਿਗੁਰੂ ਔਰ ਬਿਲੋਕਨ ਲਗਿਓ ਸਰੂਪਾ। ਗੁਰੂ ਨਾਨਕ ਸਾਹਿਬ ਦਾ ਸਰੂਪ। ਨਾਰਦ ਮੁਨੀ ਹੁਣ ਗੁਰੂ ਜੀ ਦੇ ਦਰਸ਼ਨ ਕਰਨ ਲੱਗੇ ਹਨ। ਬਣੀ ਸੋ ਸਭ ਜਨ ਸੁਦਾ ਅਨੂਪਾ। ਮਾਨਾ ਜਿਵੇਂ ਅਨੂਪ ਉਪਮਾ ਤੋਂ ਰਹਿਤ, ਸੁਦਾ ਸਮਾਨ, ਅੰਮ੍ਰਿਤ ਸਮਾਨ। ਮਹਾਰਾਜ ਦੀ ਸ਼ੋਭਾ ਬੜੀ ਹੈ। ਮੁਖੜੇ ਦੀ ਇਖਿਅਤ ਨਾ ਤ੍ਰਿਪਤੈ ਲੋਚਨ ਡੋਨੇ। ਕਹਿੰਦੇ ਅੱਖਾਂ ਰੂਪੀ ਡੂਨਿਆਂ ਨਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਆ।
ਨਾਰਦ ਜੀ ਰਜਦੇ ਨੇ, ਤ੍ਰਿਪਤ ਨਹੀਂ ਹੋ ਰਹੇ। ਮਾਨੋ ਵਰਣਨ ਲੱਗਾ ਸੁਜਸ ਬਸ ਲੋਨੇ। ਕਹਿੰਦੇ ਬਹੁਤ ਲੋਨੇ, ਲੋਨੇ ਕਹਿੰਦੇ ਨੇ ਸੁੰਦਰ ਸੋਹਣਾ, ਬਹੁਤ ਸੁੰਦਰ ਜਸ। ਗੁਰੂ ਨਾਨਕ ਸਾਹਿਬ ਜੀ ਦਾ ਨਾਰਦ ਮੁਨੀ ਵਰਣਨ ਕਰਨ ਲੱਗੇ ਆਪਣੇ ਮੁਖੋਂ। ਆਦ ਦੁਆਦਸ਼ ਬਾਗ ਬਖਾਨੇ। ਕਹਿਣ ਲੱਗਾ ਮਹਾਰਾਜ ਤੁਸੀਂ ਆਦ ਹੋ ਸਾਰੇ ਜਗਤ ਦੇ, ਤੇ ਮਹਾਰਾਜ ਜਿਹੜੇ ਦੁਆਦਸ਼ ਵਾਕ ਨੇ, 12 ਜਿਹੜੇ ਵਾਕ ਨੇ, ਉਹ ਬ੍ਰਹਮਾ ਪ੍ਰਤੀ ਸਰੂਪ ਪਛਾਨੇ। ਉਹ ਤੁਸੀਂ ਹੀ ਵਰਣਨ ਕੀਤੇ ਬ੍ਰਹਮਾ ਜੀ ਦੇ ਪ੍ਰਤੀ, ਤੇ ਬ੍ਰਹਮਾ ਨੇ ਤੁਹਾਡਾ ਹੀ ਸਰੂਪ ਪਛਾਣਿਆ। ਇਹ ਪ੍ਰਭੂ ਜੀ ਤਿਨ ਤੇ ਵਿਦ ਪੁਨ ਦੇ ਉਚਾਰੇ। ਸਤਿਗੁਰੂ ਤੁਹਾਡੇ ਦਰਸ਼ਨ ਕਰਕੇ ਹੀ ਬ੍ਰਹਮੇ ਨੇ ਵੇਖੋ ਚਾਰੇ ਵੇਦ ਉਚਾਰਨ ਕੀਤੇ। ਸਤਿਯੁਗ ਧਰਮ ਕੀਨ ਪ੍ਰਤਪਾਰੇ। ਸਤਿਯੁਗ ਦੇ ਵਿੱਚ ਧਰਮ ਪ੍ਰਤਪਾਰਨ ਕੀਤਾ। ਨਾਮ ਹੈ ਸੰਗ ਯੋਗ ਉਪਦੇਸ਼ਾ। ਸਤਿਗੁਰੂ ਨਾਮ ਦੇ ਸੰਗ ਯੋਗ ਦਾ ਉਪਦੇਸ਼ ਬਖਸ਼ਿਆ ਜੀ। ਸਿਮਰ ਹੈ ਨਰ ਜੇ ਕਟੇ ਕਲੇਸ਼ਾ। ਜਿਹੜੇ ਮਨੁੱਖ ਸਿਮਰਦੇ ਪਰਮਾਤਮਾ ਦਾ ਨਾਮ, ਉਹਨਾਂ ਦੇ ਕਲੇਸ਼ ਕੱਟੇ ਜਾਂਦੇ ਹਨ। ਬਹੁਰ ਨਰਨ ਕੀ ਅਲਪ ਮਨੀਖਾ। ਮੁੜ ਸਤਿਗੁਰੂ ਸਮਾਂ ਬਦਲਿਆ, ਸਮੇਂ ਨੇ ਕਰਵਟ ਲਈ, ਯੁੱਗ ਪਲਟਿਆ। ਜਿਹੜੀ ਮਨੀਖਾ ਸਤਿਯੁਗ ਵਿੱਚ ਸੀ ਮਨੁੱਖਾਂ ਦੀ, ਉਹ ਮਹਾਰਾਜ ਤ੍ਰੇਤੇ ਦੇ ਵਿੱਚ ਨਾ ਰਹੀ। ਮਨੀਖਾ ਕਹਿੰਦੇ ਨੇ ਬੁੱਧ ਨੂੰ। ਜਿਹੜੀ ਬੁੱਧ ਸਤਿਯੁਗ ਵਿੱਚ ਸੀ ਨਾ ਲੋਕਾਂ ਦੀ, ਉਹ ਮਹਾਰਾਜ ਜਦੋਂ ਸਮੇਂ ਨੇ ਕਰਵਟ ਲਈ, ਯੁੱਗ ਪਲਟਿਆ, ਲੋਕਾਂ ਦੀ ਜਿਹੜੀ ਬੁੱਧ ਸੀ ਉਹ ਘਟਣੀ ਸ਼ੁਰੂ ਹੋਈ। ਜਦੋਂ ਤਿਨ ਹੈ ਦੇਖ ਦੀਨੀ ਅਸ ਸੀਖਾ। ਉਹਨਾਂ ਨੂੰ ਵੇਖ ਕੇ ਸਤਿਗੁਰੂ ਵਰਤਾਰਾ ਤੇ ਤੁਹਾਡਾ ਹੀ ਵਰਤ ਰਿਹਾ ਸਾਰਾ। ਉਹਨਾਂ ਨੂੰ ਵੇਖ ਕੇ ਐਸੀ ਸਿੱਖਿਆ ਦਿੱਤੀ। ਮਨ ਭੂਪਤ ਕੇ ਹਵੈ ਕਰ ਦਵਾਰਾ। ਵੇਖੋ ਸਤਿਗੁਰੂ ਫਿਰ 27 ਸਮ੍ਰਿਤੀਆਂ ਦਾ ਉਚਾਰਨ ਹੋਇਆ ਜੀ। ਸ਼ੁਭ ਸਿਮਰਤ ਕੋ ਕੀਨ ਉਚਾਰਾ। ਫਿਰ ਸਿਮਰਤੀਆਂ ਦਾ ਉਚਾਰਨ ਹੋਇਆ 27 ਦਾ। ਸਿਮਰਨ ਨਾਮ ਜਗੈ ਕੋ ਕਰਨਾ। ਨਾਮ ਨੂੰ ਸਿਮਰਨਾ ਤੇ ਯੱਗ ਇਤਿਆਦਿਕ ਦੀ ਕਿਰਿਆ ਕਰਨੀ। ਕਿ ਤ੍ਰੇਤੇ ਦੇ ਵਿੱਚ ਵਰਤਾਰਾ ਵਰਤਿਆ। ਸਤਿਯੁਗ ਤੋਂ ਬਾਅਦ ਮਹਾਰਾਜ ਲੋਕੀ ਰੱਬ ਰੱਬ ਤੇ ਕਰਦੇ ਸਨ, ਪਰ ਬਹੁਤ ਘੱਟ। ਪਰ ਕਰਮ ਕਾਂਡਾਂ ਵਿੱਚ ਬਹੁਤੇ ਖਚਤ ਹੋ ਗਏ। ਸਿਮਰਤੀਆਂ ਕਰਕੇ, ਵੇਦਾਂ ਕਰਕੇ, ਤੇ ਜਿੱਥੇ ਵੇਖੋ ਯੱਗ ਹੀ ਜਗ ਹੁੰਦਾ ਸੀ। ਤ੍ਰੇਤੇ ਜੁਗ ਮਹਿ ਕੇ ਧਰਨਾ। ਤ੍ਰੇਤੇ ਯੁੱਗ ਦਾ ਇਹ ਧਰਮ ਸੀ, ਯੱਗ ਇਤਿਆਦਿਕ ਦੀ ਕਿਰਿਆ ਕਰਨੀ ਤੇ ਥੋੜਾ ਬਹੁਤ ਰਾਮ ਰਾਮ ਕਰਨਾ। ਤਾਹੀ ਕਰ ਬਹੁਤੀ ਗਤ ਕੀਨੀ। ਮਹਾਰਾਜ ਉਸ ਯੁੱਗ ਦੇ ਵਿੱਚ ਬਹੁਤੇ ਲੋਕਾਂ ਨੇ ਇਸ ਰੀਤੀ ਨੂੰ ਅਪਣਾਇਆ ਤੇ ਉਹਨਾਂ ਦਾ ਇਹ ਮੰਨਣਾ ਸੀ ਕਿ ਸਾਡੀ ਇੰਜ ਹੀ ਕਲਿਆਣ ਹੋਵੇਗੀ ਤੇ ਹੋਈ। ਫਿਰ ਧਰਮ ਰੀਤ ਪ੍ਰਤਪਾਰ ਪ੍ਰਵੀਨੀ। ਇਹ ਧਰਮ ਦੀ ਰੀਤੀ ਸੀ। ਸਤਿਯੁਗ ਤੋਂ ਬਾਅਦ ਤ੍ਰੇਤੇ ਯੁੱਗ ਵਿੱਚ ਇੰਜ ਲੋਕਾਂ ਨੇ ਧਰਮ ਦੀ ਰੀਤੀ ਨੂੰ ਪਾਲਣਾ ਕੀਤਾ। ਉਨਤਾ ਤੇ ਮਤ ਮੰਦ ਕੁਮਾਨਾ। ਸਤਿਗੁਰੂ ਸਮੇਂ ਦੀ ਗਰਦਿਸ਼, ਸਮਾਂ ਬਦਲਿਆ, ਯੁੱਗ ਪਲਟਿਆ,
ਲੋਕਾਂ ਦੀ ਜਿਹੜੀ ਬੁੱਧ ਸੀ, ਸਤਯੁਗ ਦੇ ਵਿੱਚ ਹੋਰ, ਤ੍ਰੇਤੇ ਵਿੱਚ ਹੋਰ, ਤੇ ਦੁਆਪਰ ਦੇ ਵਿੱਚ ਹੋਰ ਮੰਦ ਬੁੱਧੀ ਵਾਲੇ ਲੋਕ ਹੋ ਗਏ। ਤਿਨਹਿ ਦੇਖ ਕੀਏ ਪੁਰਾਨਾ, ਉਹਨਾਂ ਨੂੰ ਵੇਖ ਕੇ ਸਤਿਗੁਰੂ ਦੁਆਪਰ ਯੁੱਗ ਵਿੱਚ ਵੇਖੋ 18 ਪੁਰਾਣ ਜਿਹੜੇ ਸਨ ਰਚੇ ਗਏ। ਵਿਆਸ ਰੂਪ ਹਵੈ ਸੁਗਮ ਬਖਾਨੇ, ਵਿਆਸ ਜੀ ਨੇ ਤੇ ਵਿਆਸ ਰੂਪ ਨੇ ਸੁਗਮ ਸੌਖਾ ਜਿਹਾ ਮਾਰਗ ਦੱਸਿਆ ਵੀ ਪੁਰਾਣਾਂ ਦੇ ਅਨੁਸਾਰ ਚੱਲੋ, ਤੁਹਾਡਾ ਭਲਾ ਹੋ। ਕਿਉਂਕਿ ਲੋਕਾਂ ਦੀ ਜਿਹੜੀ ਬੁੱਧ ਸੀ ਉਹ ਸਤਯੁਗ ਨਾਲੋਂ, ਤ੍ਰੇਤੇ ਨਾਲੋਂ ਹੋਰ ਘਟ ਗਈ। ਦੁਆਪਰ ਵਿੱਚ ਨਾਮ ਭਜਨ ਪੂਜਾ ਸੋ ਦ੍ਰਿੜਾਨੇ, ਕੀ ਕੁਝ ਦ੍ਰਿੜ ਕੀਤਾ ਦੁਆਪਰ ਦੇ ਲੋਕਾਂ ਨੇ। ਜ਼ਿਆਦਾ ਪੂਜਾ ਇਤਿਆਦਿਕ ਦੇ ਚੱਕਰ ਵਿੱਚ ਪਏ, ਥੋੜਾ ਬਹੁਤ ਰੱਬ ਦਾ ਨਾਮ ਵੀ ਲੈਂਦੇ ਰਹੇ। ਇਵ ਦੁਆਪਰ ਮਹਿ ਕੀਨ ਉਦਾਰਾ, ਇਹ ਦੁਆਪਰ ਯੁੱਗ ਵੀ ਤੁਸਾਂ ਬਣਾਏ ਮਹਾਰਾਜ, ਕਾਲ ਨੂੰ ਬਣਾਉਣ ਵਾਲੇ ਤੁਸੀਂ ਹੋ, ਖੁਦ ਅਕਾਲ ਸਰੂਪ ਹੋ। ਇੰਜ ਦੁਆਪਰ ਯੁੱਗ ਦੇ ਵਿੱਚ ਵੀ ਤੁਹਾਡਾ ਹੀ ਤੇ ਵਰਤਾਰਾ ਵਰਤ ਰਿਹਾ ਸੀ। ਸਾਰਾ ਜਗਤ ਧਰਮ ਨੀਕੇ ਪ੍ਰਤਪਾਰ, ਜਗਤ ਦੇ ਵਿੱਚ ਧਰਮ ਨੂੰ ਭਲੀ ਪ੍ਰਕਾਰ ਤੁਹਾਡੀ ਪ੍ਰੇਰਨਾ ਸਦਕਾ ਲੁਕਾਈ ਨੇ ਪਾਲਣਾ ਕੀਤਾ। ਅਬ ਕਲ ਕਾਲ ਨੀਕਾ ਹੀ ਨੇ, ਹੁਣ ਕਲਯੁਗ ਦਾ ਸਮਾਂ ਹੈ ਤੇ ਮਹਾਰਾਜ ਸਤਯੁਗ, ਤ੍ਰੇਤਾ, ਦੁਆਪਰ ਨਾਲੋਂ ਹੋਰ ਅਕਲ ਕੱਢਣੀ ਸ਼ੁਰੂ ਹੋ ਗਈ। ਲੋਕਾਂ ਦੀ ਬੁੱਧ ਹੋਰ ਮੰਦ ਹੋ ਗਈ। ਪਹਿਲੇ 3 ਯੁੱਗਾਂ ਨਾਲੋਂ ਤੇ ਲੋੜ ਸੀ ਵੀ ਕੋਈ ਸੌਖਾ ਰਾਹ ਲੱਭਿਆ ਜਾਵੇ ਸੰਸਾਰ ਦਾ ਭਲਾ ਕਰਨ ਲਈ, ਲੁਕਾਈ ਦਾ ਭਲਾ ਕਰਨ ਲਈ। ਨਾ ਕਿਸੇ ਕੋ ਇਤਨਾ ਸਮਾਂ, ਕਲਯੁਗ ਦਾ ਸਮਾਂ ਹੈ ਮਹਾਰਾਜ, ਫੁਰਸਤ ਵੀ ਲੋਕਾਂ ਦੇ ਪਾਸ। ਤੇ ਤੁਸਾਂ ਇੱਕ ਸੁਖਾਲਾ ਜਿਹਾ ਰਾਹ ਕਲਯੁਗ ਦੇ ਵਿੱਚ ਸੰਸਾਰ ਸਮੁੰਦਰ ਤੋਂ ਤਰਨ ਲਈ ਦੁਨੀਆ ਨੂੰ ਬਖਸ਼ ਦਿੱਤਾ। ਲੰਪਟ ਦਿਸ਼ੇ ਗੁਮਾਨ ਮਲੀਨੇ, ਮਹਾਰਾਜ ਕਲਯੁਗ ਦਾ ਸਮਾਂ ਲੋਕਾਂ ਦੀ ਜਿਹੜੀ ਬੁੱਧ ਹੈ ਉਹ ਮਾਰੀ ਹੋਈ ਹੈ ਤੇ ਵਿਸ਼ੇ ਵਿਕਾਰਾਂ ਵਿੱਚ ਲੋਕ ਗਲਤਾਨ ਹਨ। ਤਿਨਕੇ ਹਿਤ ਕਰ ਕੈ ਸੁਠ ਬਾਣੀ, ਸਤਿਗੁਰੂ ਉਹਨਾਂ ਦਾ ਭਲਾ ਕਰਨ ਲਈ ਕਲਯੁਗੀ ਜੀਵਾਂ ਦਾ ਤੁਸਾਂ ਕਲਯੁਗ ਦੇ ਵਿੱਚ ਇਹ ਦਰਗਾਹੀ ਬਾਣੀ, ਇਹ ਇਲਾਹੀ ਬਾਣੀ, ਇਹ ਸੁੰਦਰ ਬਾਣੀ ਦੀ ਰਚਨਾ ਕੀਤੀ। ਏਕ ਨਾਮ ਉਪਦੇਸ਼ੋ ਪ੍ਰਾਣੀ, ਇੱਕੋ ਹੀ ਤੁਸਾਂ ਸਿਧਾਂਤ ਦ੍ਰਿੜ ਕਰਵਾ ਦਿੱਤਾ ਕਲਯੁਗ ਦੇ ਜੀਵਾਂ ਨੂੰ ਕਿ ਹੇ ਪ੍ਰਾਣੀ, ਕੇਵਲ ਨਾਮ ਜਪੋ ਰੇ 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 ਪ੍ਰਾਨੀ। ਪਰਹੋ ਏਕ ਕੀ ਸਰਨਾ, ਪਰਹੋ ਏਕ ਕੀ ਸਰਨਾ। ਇਹ ਸਿਧਾਂਤ ਤੁਸਾਂ ਕਲਯੁਗ ਦੇ ਜੀਵਾਂ ਨੂੰ ਦ੍ਰਿੜ ਕਰਵਾਇਆ ਕਿ ਪ੍ਰਾਣੀ ਕੇਵਲ ਅਕਾਲ ਪੁਰਖ ਦੇ ਨਾਮ ਨੂੰ ਜਪੋ, ਸਤ ਸੰਗਤ ਕਰੋ, ਇਹਦੇ ਨਾਲ ਤੁਹਾਡਾ ਪਾਰ ਉਤਾਰਾ ਹੋਏਗਾ। ਇਹ ਧੁਰ ਕੀ ਬਾਣੀ ਨਾਲ ਜੁੜੋ। ਸਿਮਰਹਿ ਸਦਾ ਮਿਲੇ ਸਤ ਸੰਗਾ, ਮਹਾਰਾਜ ਜਿਹੜੇ ਸਿਮਰਦੇ ਨੇ ਕਲਯੁਗ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ, ਜਿਹੜੇ ਸਦਾ ਹੀ ਸਤ ਸੰਗਤ ਵਿੱਚ ਮਿਲੇ,
ਰਹਿੰਦੇ ਹਨ ਜੀਵ। ਕਰੋ ਬਹੁਤ ਮਨੁਜਨ ਪ੍ਰੰਪੰਗਾ। ਸਤਿਗੁਰੂ ਤੁਸੀਂ ਬਹੁਤ ਲੋਕਾਂ ਦੇ ਮਨੁੱਖਾਂ ਦੇ ਜਿਹੜੇ ਭੰਬਲ ਭੂਸੇ ਨੇ, ਵਹਿਮ ਭਰਮ ਨੇ, ਉਹਨਾਂ ਨੂੰ ਨਾਸ਼ ਕੀਤਾ। ਸੱਚ ਦਾ ਉਪਦੇਸ਼ ਬਖਸ਼ ਕੇ ਦ੍ਰਿੜ ਕਰਕੇ ਜਗ ਸਾਗਰ ਤੇ ਲਿਓ ਉਬਾਰੀ। ਕਿ ਤੁਸੀਂ ਸੰਸਾਰ ਰੂਪੀ ਸਮੁੰਦਰ ਤੋਂ ਇੰਜ ਕਲਯੁਗੀ ਜੀਵਾਂ ਨੂੰ ਉਬਾਰ ਲੈਂਦੇ ਹੋ, ਬਚਾ ਲੈਂਦੇ ਹੋ ਜੀ, ਤਾਰ ਦਿੰਦੇ ਹੋ। ਮਾਨਹਿ ਨਰ ਜੇ ਰਜ਼ਾਏ ਤੁਮਾਰੀ। ਜਿਹੜੇ ਮਨੁੱਖ ਸਤਿਗੁਰੂ ਇਸ ਕਲਯੁਗ ਵਿੱਚ ਤੁਹਾਡੀ ਆਗਿਆ, ਤੁਹਾਡਾ ਹੁਕਮ, ਤੁਹਾਡੀ ਰਜ਼ਾ ਨੂੰ ਮੰਨਦੇ ਹਨ ਜਾਂ ਮੰਨਣਗੇ। ਜਬ ਜਬ ਦੇਖੋ ਧਰਮ ਗਿਲਾਨਾ। ਤੇ ਸਤਿਗੁਰੂ ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਤੇ ਮਹਾਰਾਜ ਤੁਹਾਡਾ ਇਹ ਬਿਰਧ ਹੈ ਵੀ ਜਦੋਂ ਜਦੋਂ ਤੁਸੀਂ ਸ੍ਰਿਸ਼ਟੀ ਤੇ ਧਰਮ ਦੀ ਗਿਲਾਨੀ ਵੇਖਦੇ ਹੋ ਜੀ, ਤਬ ਤਬ ਧਰ ਅਵਤਾਰ ਮਹਾਨ। ਉਦੋਂ ਉਦੋਂ ਹੇ ਰੱਬ ਜੀ, ਪ੍ਰਭੂ ਜੀ, ਤੁਸੀਂ ਇਸ ਸ੍ਰਿਸ਼ਟੀ ਤੇ ਅਵਤਾਰ ਧਾਰਨ ਕਰਕੇ ਖੁਦ ਆਉਂਦੇ ਹੋ। ਭਾਵੇਂ ਉਹ ਸਤਿਯੁਗ, ਭਾਵੇਂ ਉਹ ਤ੍ਰੇਤਾ, ਭਾਵੇਂ ਦੁਆਪਰ ਤੇ ਭਾਵੇਂ ਕਲਯੁਗ ਹੈ। ਜਦੋਂ ਜਦੋਂ ਵੀ ਹੈ ਪ੍ਰਭੂ ਜੀ, ਭਗਵਾਨ ਜੀ, ਤੁਸੀਂ ਵੇਖਦੇ ਹੋ ਨਾ ਵੀ ਧਰਮ ਦੀ ਗਿਲਾਨੀ ਹੋ ਰਹੀ ਹੈ ਦੁਨੀਆ ਦੇ ਉੱਪਰ, ਤਾਂ ਤੁਹਾਨੂੰ ਖੁਦ ਅਵਤਾਰ ਧਾਰਨ ਕਰਕੇ ਆਉਣਾ ਪੈਂਦਾ ਹੈ ਜੀ। ਆਪ ਕਰੋ ਤਾਕੀ ਪ੍ਰਤਪਾਰਾ। ਤੁਸੀਂ ਆਪ ਹੀ ਪ੍ਰਤਪਾਲਣਾ ਕਰਦੇ ਹੋ ਸਾਰੇ ਜੀਵਾਂ ਦੀ, ਕੁੱਲ ਸ੍ਰਿਸ਼ਟੀ ਦੀ, ਕੁੱਲ ਕਾਇਨਾਤ, ਕੁੱਲ ਖਲਕਤ ਦੀ। ਸਭ ਮਿਰਜਾਦ ਰੱਖੋ ਸੁਖ ਸਾਰਾ। ਇਹ ਸਾਰੀ ਮਰਿਆਦਾ ਤੁਸੀਂ ਆਪ ਹੀ ਬੰਨ੍ਹਦੇ ਹੋ ਤੇ ਸਭਨਾਂ ਨੂੰ ਉਸ ਸੱਚ ਧਰਮ ਦੀ ਮਰਿਆਦਾ ਵਿੱਚ ਰੱਖਦੇ ਹੋ, ਜਿਹੜੀ ਸੁੱਖਾਂ ਦੀ ਪੂੰਜੀ ਹੈ। ਹਵੈ ਪ੍ਰਸੰਨ ਨਾਰਦ ਮੁਨ ਤਾਈ। ਕਹਿੰਦੇ ਗੁਰੂ ਨਾਨਕ ਸਾਹਿਬ ਇਹ ਸੁਣ ਕੇ ਬੜੇ ਪ੍ਰਸੰਨ ਹੋਏ। ਨਾਰਦ ਮੁਨੀ ਜੀ ਪ੍ਰਤੀ ਬੋਲੇ ਮ੍ਰਿਦੁਲ ਗਿਰਾ ਸੋ ਗੁਸਾਈ। ਫਿਰ ਗੋਸਾਈ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਇੰਜ ਬੋਲੇ, ਮਨ ਬਚਨ ਸਭ ਮੁਨੀਨ ਈਸ਼ਰ ਰਿਤ ਦੇਵਾ। ਸਾਹਿਬ ਕਹਿੰਦੇ ਨਾਰਦ ਜੀ, ਤੁਸੀਂ ਸਾਰੇ ਮੁਨੀਆਂ ਦੇ, ਸਭ ਦੇਵਤਿਆਂ ਦੇ ਸ਼੍ਰੋਮਣੀ ਹੋ। ਧਨ ਧਨ ਤੁਮ ਊਤਮ ਭੇਵਾ। ਤੁਹਾਡਾ ਜਿਹੜਾ ਭੇਦ ਹੈ, ਤੁਹਾਡਾ ਜਿਹੜਾ ਸਰੂਪ ਹੈ, ਇਹ ਉੱਤਮ ਹੈ, ਮਹਾਨ ਹੈ। ਨਾਰਦ ਜੀ ਜੋ ਬੈਰਾਠ ਰੂਪ ਕਰਤਾਰਾ। ਜਿਹੜਾ ਪਰਮੇਸ਼ਰ ਦਾ ਬੈਰਾਟ ਸਰੂਪ ਹੈ, ਦੇਹ ਕੋ ਮਨ ਹਵੈ ਦੇਹ ਤੁਮਾਰਾ। ਬਸ ਉਸ ਵੈਰਾਟ ਸਰੂਪ ਵਿੱਚ ਤੁਹਾਡਾ ਮਨ ਜੁੜਿਆ ਹੋਇਆ ਹੈ ਤੇ ਤੁਸੀਂ ਸਮਝ ਜਾਂਦੇ ਹੋ ਪ੍ਰਭੂ ਦੇ ਵੈਰਾਟ ਸਰੂਪ ਨੂੰ। ਭਗਤ ਸ਼ਿਰੋਮਣ ਪ੍ਰੇਮ ਪ੍ਰਦੀਨਾ। ਭਗਤ ਵਿੱਚ ਸ਼੍ਰੋਮਣੀ ਹੋ ਤੁਸੀਂ, ਪ੍ਰੇਮ ਵਿੱਚ ਬੜੇ ਪ੍ਰਵੀਨ ਹੋ, ਬੜੇ ਸਿਆਣੇ ਹੋ। ਭਗਤ ਜਿਹੜੀ ਹੈ, ਭਗਤੀ 9 ਪ੍ਰਕਾਰ ਦੀ ਹੈ, ਪਰ ਇੱਕ ਥਾਂ ਤੇ ਨਾਰਦ ਭਗਤ ਵੀ ਲਿਖਿਆ ਹੋਇਆ। ਨਾਰਦ ਭਗਤੀ, ਇੱਕ ਭਗਤੀ ਦਾ ਨਾਮ ਨਾਰਦ ਭਗਤੀ ਹੈ। ਪ੍ਰੇਮਾ ਭਗਤੀ ਵਿੱਚ ਲੀਨ ਨੇ ਨਾਰਦ। ਤੁਮ ਸਮਾਨ ਕੋ ਅਪਰ ਨ ਚੀਨਾ। ਸਤਿਗੁਰੂ ਕਹਿੰਦੇ ਤੁਸੀਂ ਵੀ ਵੱਡੇ ਭਗਤ ਹੋ ਪਰਮਾਤਮਾ ਦੇ, ਤੇ ਤੁਹਾਡੇ ਬਰਾਬਰ ਅਸਾਂ ਹੋਰ ਕੋਈ ਨਹੀਂ ਜਾਣਿਆ। ਸ੍ਰੀ ਕਰਤਾਰ ਸੋ ਜਸ ਸਮ ਨੀਰ।
ਤੀਰਾ। ਸਾਹਿਬ ਕਹਿੰਦੇ ਕਰਤਾਰ ਦਾ ਜਿਹੜਾ ਜਸ ਹੈ ਪਰਮਾਤਮਾ ਦਾ, ਭਗਵਾਨ ਦਾ, ਉਹ ਨੀਰ ਸਮਾਨ ਹੈ, ਉਹ ਜਲ ਸਮਾਨ ਹੈ। ਤੇ ਕੋ ਮੀਨ ਕੀਨ ਮਨ ਤੀਰਾ। ਤੇ ਤੁਸੀਂ ਹੈ ਧੀਰਜਵਾਨ ਆਪਣੇ ਮਨ ਨੂੰ ਮੱਛੀ ਬਣਾਇਆ ਹੋਇਆ। ਹੁਣ ਮੱਛੀ ਦਾ ਰਹਿਣਾ ਪਾਣੀ ਦੇ ਵਿੱਚ, ਉਹਦਾ ਜੀਵਨ ਪਾਣੀ ਦੇ ਵਿੱਚ, ਪਾਣੀ ਦੇ ਵਿੱਚ ਉਹਦੀਆਂ ਕਲੋਲਾਂ ਨੇ, ਤਾਂ ਤੇ ਮੱਛੀ ਅੱਠੇ ਪਹਿਰ ਪਾਣੀ ਵਿੱਚ ਰਹਿੰਦੀ ਹੈ, ਕਿਉਂਕਿ ਉਹਦਾ ਮਰਕਜ਼ ਹੈ, ਕੇਂਦਰ ਹੈ, ਉਹਦਾ ਉਹ ਜੀਵਨ ਹੈ, ਉਹਦਾ ਸਭ ਕੁਝ ਹੈ ਪਾਣੀ ਮੱਛੀ ਦਾ। ਤਾਂ ਤੇ ਪਰਮਾਤਮਾ ਦਾ ਜਸ ਜਲ ਦੀ ਨਿਆਈ ਹੈ, ਤੇ ਤੁਸੀਂ ਆਪਣੇ ਮਨ ਨੂੰ ਮੱਛੀ ਬਣਾ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਦੇ ਜਲ ਵਿੱਚ ਹਮੇਸ਼ਾ ਹੀ ਰੱਖਦੇ ਹੋ। ਅਸ ਪ੍ਰਕਾਰ ਮਿਲ ਆਪਸ ਨਾਹੀ। ਇਹ ਆਪਸ ਵਿੱਚ ਨਾਰਦ ਮੁਨ ਗੁਰੂ ਨਾਨਕ ਸਾਹਿਬ ਮਿਲੇ। ਤੂੰ ਦਿਸ਼ਨ ਥੋਰੋ ਹਿਤ ਨਾਹੀ। ਦੋਨਾਂ ਦਿਸ਼ਾਵਾਂ ਵਿੱਚ ਥੋੜਾ ਹਿੱਤ ਥੋੜੀ ਸੀ, ਬਹੁਤ ਪ੍ਰੇਮ ਸੀ। ਪਰਸਪਰ ਨਾਰਦ ਜੀ ਨੂੰ ਸਤਿਗੁਰੂ ਨਾਲ, ਤੇ ਸਤਿਗੁਰੂ ਉਸ ਨੂੰ ਭਗਤ ਜਾਣ ਕੇ ਉਹਦੇ ਨਾਲ ਬਹੁਤ ਪ੍ਰੇਮ ਕਰਦੇ ਹਨ। ਉਨ ਨਾਰਦ ਮੁਨ ਕਲਹਿ ਬੋਲਿਆਇਓ। ਮੁੜ ਨਾਰਦ ਮੁਨੀ ਜੀ ਆਪਣੀ ਇਸਤਰੀ ਨੂੰ ਲਿਆਏ, ਕਲਹਿ ਨੂੰ ਪਾਏ ਗੁਰੂ ਪਗ ਬਚਨ ਅਲਾਇਓ। ਤੇ ਮਹਾਰਾਜ ਦੇ ਚਰਨਾਂ ਤੇ ਪਾਤਾ, ਕਹਿਣ ਲੱਗਾ ਮਹਾਰਾਜ ਇਹਦੇ ਤੇ ਵੀ ਕਿਰਪਾ ਕਰੋ, ਮੇਰੀ ਇਸਤਰੀ ਉੱਪਰ ਭਈ ਭੂਲ ਕਿਸ ਕੀ ਬਖਸ਼ੀਜੈ। ਸਤਿਗੁਰੂ ਇਹ ਤਾਂ ਭੁੱਲ ਹੋ ਗਈ, ਇਹ ਤਾਂ ਖਤਾ ਹੋ ਗਈ, ਇਹ ਤਾਂ ਅਵਗਿਆ ਹੋ ਗਈ, ਗਲਤੀ ਹੋ ਗਈ ਇਹ ਤਾਂ ਮਹਾਰਾਜ। ਤੇ ਜਿਹੜੀ ਇਹ ਤੋਂ ਖਤਾ ਹੋਈ, ਭੁੱਲ ਹੋਈ, ਸਤਿਗੁਰੂ ਉਹ ਬਖਸ਼ ਦਿਓ ਜੀ। ਅਬਿਆਂ ਪਰ ਨਿਜ ਕਰੁਣਾ ਕੀਜੈ। ਹੁਣ ਇਹਦੇ ਤੇ ਤੁਸੀਂ ਆਪਣੀ ਦਇਆ ਕਰੋ, ਰਹਿਮਤ ਕਰੋ, ਕਿਰਪਾ ਕਰੋ ਜੀ। ਬਹੁਤ ਦਿਵਸ ਕੀ ਸੁਦਾ ਸੰਤਾਈ। ਮਹਾਰਾਜ ਬਹੁਤ ਦਿਨਾਂ ਦੀ ਇਹ ਭੁੱਖੀ, ਜਿਹਨੂੰ ਭੁੱਖ ਨੇ ਬੜਾ ਸਤਾਇਆ ਹੋਇਆ, ਮੇਰੀ ਇਸਤਰੀ ਨੂੰ, ਕਲਹਿ ਨੂੰ। ਮਹਿਮਾ ਤੁਮਰੀ ਲਖ ਨਾ ਸਕਾਈ। ਇਹ ਤੁਹਾਡੀ ਮਹਿਮਾ ਨਹੀਂ ਜਾਣ ਸਕੀ, ਕਿਉਂਕਿ ਸਤਾਈ ਹੋਈ ਹੈ ਭੁੱਖ ਦੀ। ਤੇ ਜਦੋਂ ਬੰਦਾ ਸਤਾਇਆ ਹੋਵੇ ਕਿਸੇ ਵੀ ਚੀਜ਼ ਦਾ, ਉਹਦੇ ਸਾਹਮਣੇ ਰੱਬ ਬੈਠਾ ਹੋਵੇ ਤੇ ਰੱਬ ਦੀ ਮਹਿਮਾ ਨੂੰ ਨਹੀਂ ਜਾਣੋ, ਗੁਰੂ ਦੀ ਮਹਿਮਾ ਨੂੰ ਨਹੀਂ ਸਮਝਣਾ। ਸਤਾਇਆ ਹੋਵੇ ਕਿਸੇ ਵੀ ਚੀਜ਼ ਦਾ, ਭਾਵੇਂ ਈਰਖਾ ਦਾ, ਨਫ਼ਰਤ ਦਾ, ਦਵੈਸ਼ ਦਾ, ਭੁੱਖ ਦਾ, ਪਿਆਸ ਦਾ, ਤ੍ਰਿਸ਼ਨਾ ਦਾ, ਮਾਇਆ ਦਾ, ਵਿਸ਼ੇ ਵਿਕਾਰਾਂ ਦਾ, ਸਤਾਉਣਾ ਬਹੁਤ ਪ੍ਰਕਾਰ ਦਾ ਹੈ, ਕਿਸੇ ਪ੍ਰਕਾਰ ਦਾ ਰੋਗ ਦਾ। ਉਹਨੂੰ ਕੀ ਮਤਲਬ? ਉਹ ਮਹਿਮਾ ਨਹੀਂ ਜਾਣ ਸਕੇਗਾ। ਇਸ ਲਈ ਸਤਿਗੁਰੂ ਇਹਨੂੰ ਤੇ ਭੁੱਖ ਨੇ ਸਤਾਇਆ ਹੋਇਆ ਸੀ। ਇਹ ਤੇ ਮਹਾਰਾਜ ਨੇ ਸੋਚਿਆ ਵੀ ਮੇਰਾ ਭੋਜਨ ਆ ਗਿਆ ਸਾਹਮਣੇ, ਇਸ ਲਈ ਤੁਹਾਡੀ ਮਹਿਮਾ ਇਸ ਨਹੀਂ ਜਾਣੀ, ਤਾਂ ਹੀ ਦੌੜ ਕੇ ਆਈ ਸੀ ਤੁਹਾਡੇ ਵੱਲ। ਦੇਖ ਕੇ ਸੁਣੇ ਦੀਨਤਾ ਜਪਗੀ। ਜਦੋਂ ਨਾਰਦ ਜੀ ਦੇ ਇਹ ਬੋਲ ਬੜੀ ਦੀਨਤਾ ਭਰਪੂਰ ਗੁਰੂ ਨਾਨਕ ਸਾਹਿਬ ਨੇ ਸੁਣੇ, ਅਵੈ ਕਿਰਪਾਲ ਵਜ ਉਚਰੇ ਤਬ ਤਾਂ ਜੀ। ਕਿਰਪਾ ਦੇ ਘਰ ਕਿਰਪਾਲੂ ਹੋ ਕੇ ਗੁਰੂ ਨਾਨਕ ਸਾਹਿਬ ਨੇ ਫਿਰ ਬਚਨ ਕੀਤੇ ਇੰਜ। ਇਸ ਰੂਪ ਤੇ ਛੱਡ ਬਹੁ ਧਰਮੋਂ। ਸਾਹਿਬ ਕਹਿੰਦੇ ਨਾਰਦ ਸਮਾਂ ਆਵੇਗਾ ਕਿ ਕਲਹ ਦਾ ਉਧਾਰ ਹੋ ਜਾਏਗਾ, ਪਰ ਅਜੇ ਸਮਾਂ ਬਾਕੀ ਹੈ। ਇਸ ਸਰੂਪ ਤੋਂ ਇਹ ਮੁਕਤ ਹੋਵੇਗੀ, ਛੁੱਟ ਜਾਵੇਗੀ। ਤਬ ਜਾ ਕੋ ਤਨ ਤ੍ਰਿਪਤ ਸੋ ਕਰਹੁ। ਉਦੋਂ ਸਤਿਗੁਰੂ ਕਹਿੰਦੇ ਇਹਨੂੰ ਤ੍ਰਿਪਤੀ ਮਿਲੇਗੀ। ਮਹਾਰਾਜ ਕਹਿੰਦੇ ਸਮਾਂ ਆਵੇਗਾ, ਐਨ ਰੱਜ ਜੇਗੀ, ਭਰਪੂਰ ਹੋ ਜੇਗੀ। ਉਹ ਸਮਾਂ ਅਜੇ ਕਾਫੀ,
ਦੂਰ ਹੈ। ਬਹੁਰੋ ਦਸਮ ਧਰੋ ਅਵਤਾਰਾ। ਜਦੋਂ 10ਵਾਂ ਜਾਮਾ ਧਾਰਨ ਕਰਾਂਗੇ ਅਸੀਂ, 10ਵੇਂ ਜਾਮੇ ਵਿੱਚ ਜਦੋਂ ਅਵਤਾਰ ਧਾਰਨ ਕਰਾਂਗੇ, ਤਬ ਕਰਿਓ ਇੱਕ ਪੰਥ ਕਰਾਰਾ। ਉਦੋਂ ਮੈਂ ਇੱਕ ਪੰਥ ਕਰਾਂਗਾ ਬੜਾ ਕਰਾਰਾ, ਬੜਾ ਡਾਢਾ, ਬੜਾ ਤਕੜਾ। ਇਸ਼ਾਰਾ ਹੈ ਪੰਥ ਖਾਲਸਾ ਵੱਲ। ਬਹੁਤ ਹੋਣਗੇ ਜਬ ਸੰਗਰਾਮਾ। ਬੜੇ ਯੋਧ ਬਣਗੇ। ਜਦੋਂ 10ਵਾਂ ਜਾਮਾ ਆਏਗਾ ਸਾਡਾ, 6ਵਾਂ ਜਾਮਾ ਵੀ, ਦੋਵੇਂ ਜਾਮਿਆਂ ਵਿੱਚ ਅਸੀਂ ਤਕੜੇ ਸੰਗਰਾਮ ਕਰਾਂਗੇ, ਜੰਗ ਕਰਾਂਗੇ। ਜਦੋਂ ਤਬ ਜਾਂ ਕੋ ਹਵੈ ਪੂਰਨ ਕਾਮਾ। ਉਦੋਂ ਇਹਦਾ ਕੰਮ ਪੂਰਾ ਹੋਊਗਾ। ਉਦੋਂ ਤੇਰੀ ਇਸਤਰੀ ਦਾ ਜਿਹੜਾ ਕੰਮ ਹੈ ਨਾ ਅਧੂਰਾ, ਇਹ ਪੂਰਾ ਹੋਵੇਗਾ। ਉਦੋਂ ਤੱਕ ਇਹ ਇਸੇ ਤਰ੍ਹਾਂ ਹੀ ਰਹੇਗੀ ਸਤਾਈ ਹੋਈ, ਭੁੱਖ ਦੀ ਤ੍ਰਿਪਤੀ ਨੇ ਉਦੋਂ ਤੱਕ ਨਸੀਬ ਹੋਣੀ। ਵਿਦਾ ਕਰੇ ਬਰਦੇ ਕਰ ਦੋ। ਸਤਿਗੁਰੂ ਜੀ ਨੇ ਵਰਦਾਨ ਬਖਸ਼ਿਆ ਨਾਰਦ ਨੂੰ ਤੇ ਉਹਦੀ ਇਸਤਰੀ ਕਲਹਿ ਨੂੰ ਵਿਦਾ ਕੀਤਾ, ਰੁਖਸਦ ਕੀਤਾ। ਰਬਨੇ ਨਿਜ ਇੱਛਾ ਜਿਤ ਸੋ। ਜਿੱਧਰ ਇੱਛਾ ਸੀ ਉਧਰ ਵੱਲ ਨੂੰ ਚੱਲੇ ਹਨ। ਸੁੰਦਰ ਇਹ ਇਤਿਹਾਸ ਰਸਾਲਾ। ਇਹ ਜਿਹੜੀ ਕਥਾ ਹੈ, ਇਤਿਹਾਸ, ਇੱਕ ਮਿਥਿਹਾਸ। ਇਤਿਹਾਸ ਕਹਿੰਦੇ ਨੇ ਇਨ ਬਿਨ ਜੋ ਘਟਨਾ ਘਟੀ, ਸੋ ਕਹੀਏ ਇਤਿਹਾਸ। ਇਤਿਹਾਸ ਭਾਈ ਬਾਲਾ ਜੀ ਔਰ ਕਵੀ ਸੰਤੋਖ ਸਿੰਘ ਜੀ ਕਹਿ ਰਹੇ, ਇਹ ਜਿਹੜਾ ਸੁੰਦਰ ਇਤਿਹਾਸ ਹੈ, ਸਤਿਗੁਰੂ ਜੀ ਦਾ ਵਰਣਨ ਕੀਤਾ। ਸ੍ਰੀ ਗੁਰ ਅੰਗਦ ਸੁਨੋ ਕਿਰਪਾਲਾ। ਬਾਲਾ ਜੀ ਕਹਿੰਦੇ ਹੈ ਕਿਰਪਾ ਦੇ ਕਰ ਗੁਰੂ ਅੰਗਦ ਸਾਹਿਬ ਮਹਾਰਾਜ ਸੁਣੋ ਇਹ ਸਤਿਗੁਰੂ ਜੀ ਦਾ ਇਤਿਹਾਸ, ਇਤਿਹਾਸ ਦੀ ਕਥਾ ਜਿਹੜੀ ਰਸਾਂ ਦਾ ਘਰ ਹੈ ਇਹ ਕਥਾ। ਅਪਰਜ ਸਿੱਖ ਸ਼ਰੋਤਾ ਤਹਿ ਬੈਸੇ। ਖਡੂਰ ਸਾਹਿਬ ਦੀ ਧਰਤੀ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ, ਜਿੱਥੇ ਸਰੋਵਰ ਹੈ ਜਿਹੜਾ ਗੁਰਦੁਆਰਾ ਸਾਹਿਬ ਹੈ, ਖਡੂਰ ਸਾਹਿਬ, ਜਿਹਨੂੰ ਤਪਿਆਣਾ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਤਪਿਆਣਾ ਸਾਹਿਬ ਜਿੱਥੇ ਲੰਗਰ ਚੱਲਦਾ ਖੀਰ ਦਾ, ਉਹ ਅਸਥਾਨ। ਉੱਥੇ ਹੋਰ ਵੀ ਸਿੱਖ ਬੈਠੇ ਹਨ ਸੰਗਤ ਵਿੱਚ। ਸੁਨ ਕਰ ਪ੍ਰਸ਼ਨ ਕੀਓ ਤਿਹ ਐਸੇ। ਜਦੋਂ ਇਹ ਕਥਾ ਆਈ ਨਾਰਦ ਮੁਨੀ ਤੇ ਕਲਹਿ ਜੀ, ਤਾਂ ਜਿਹੜੇ ਸਰੋਤਾ ਜਦ ਬੈਠੇ ਸਨ, ਉਹਨਾਂ ਨੇ ਭਾਈ ਬਾਲਾ ਜੀ ਨੂੰ ਬੇਨਤੀ ਰੂਪ ਵਿੱਚ ਸਵਾਲ ਕੀਤਾ। ਨਾਰਦ ਮੁਨ ਉਸਤਤ ਗੁਰੂ ਭਾਖੀ। ਕਹਿਣ ਲੱਗੇ ਬਾਲਾ ਜੀ ਬੇਨਤੀ ਸੁਣੋ, ਤੁਸੀਂ ਵਕਤੇ ਹੋ, ਅਸੀਂ ਸਰੋਤੇ ਹਾਂ। ਨਾਰਦ ਮੁਨੀ ਜੀ ਨੇ ਵੇਖੋ ਗੁਰੂ ਨਾਨਕ ਸਾਹਿਬ ਦੀ ਆਪਣੇ ਮੁਖੋਂ ਉਪਮਾ ਕੀਤੀ, ਉਸਤਤ ਕੀਤੀ, ਜਿਹੜੀ ਮਹਿਮਾ ਨਾਮ ਚਤੁਰ ਜੁਗ ਰਾਖੀ। ਉਹਨਾਂ ਨੇ ਜਿਹੜੀ ਨਾਮ ਦੀ ਮਹਿਮਾ ਹੈ ਉਹ ਚਾਰੇ ਯੁੱਗਾਂ ਵਿੱਚ ਰੱਖੀ, ਪਰ ਉਹ ਦੱਸਦੇ ਗਏ ਕਿ ਯੁੱਗ ਪਲਟਦੇ ਗਏ ਤੇ ਨਾਮ ਦੇ ਨਾਲ ਨਾਲ ਕੋਈ ਪੂਜਾ ਦੇ ਵਿੱਚ ਜੁੜੇ, ਕੋਈ ਯੱਗ ਵਿੱਚ ਜੁੜੇ ਤੇ ਕੋਈ ਕਰਮ ਕਾਂਡੀ ਹੋਏ, ਪਰ ਅਸਲ ਜਿਹੜਾ ਉਹਨਾਂ ਦਾ ਮੰਤਵ ਸੀ, ਤਾਤਪਰਜ ਸੀ ਕਹਿਣ ਦਾ, ਉਹਨਾਂ ਕੇਵਲ ਇੱਕ ਨਾਮ ਦੀ ਮਹਿਮਾ ਰੱਖੀ। ਚਾਰੇ ਯੁੱਗਾਂ ਵਿੱਚ ਯੁੱਗ ਚਾਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ, ਧੁਰ ਕੀ ਬਾਣੀ, ਯੁੱਗ ਚਾਰੇ ਨਾਮ ਉੱਤਮ ਹੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਚਾਰੇ ਯੁੱਗਾਂ ਵਿੱਚ ਨਾਮ ਹੀ ਉੱਤਮ ਹੈ। ਭਾਈ ਤਾਮ ਹੈ ਅਰਥ ਲਿਖਾਇਓ ਐਸੇ। ਉਹ ਅਰਥ ਇਹ ਜਣਾਇਆ ਨਾਰਦ ਜੀ ਨੇ, ਜੋ ਤੁਸਾਂ ਕਥਾ ਭਾਈ ਬਾਲਾ ਜੀ ਹੁਣ ਸੁਣਾਈ,
ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਉਹਨਾਂ ਨੂੰ ਨਾਰਦ ਮੁਨੀ ਤੇ ਉਹਨਾਂ ਦੀ ਇਸਤਰੀ ਕਲਹਿ ਮਿਲੇ ਤਾਂ ਨਾਰਦ ਜੀ ਨੇ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਗੁਰੂ ਨਾਨਕ ਸਾਹਿਬ ਦੀ ਮਹਿਮਾ ਗਾਇਨ ਕੀਤੀ। ਬਿਨਾ ਨਾਮ ਕੇ ਮੁਕਤ ਨਾ ਕੈਸੇ। ਉਹਨਾਂ ਦੇ ਕਹਿਣ ਦਾ ਤਾਤਪਰਜ ਇਹ ਸੀ ਵੀ ਭਾਵੇਂ ਕੋਈ ਯੱਗ ਕਰੇ, ਦਾਨ ਪੁੰਨ ਕਰੇ, ਕੋਈ 16 ਪ੍ਰਕਾਰ ਦੀ ਪੂਜਾ ਵੀ ਕਰੇ, ਤੀਰਥ ਇਸ਼ਨਾਨ ਵੀ ਕਰੇ, ਕਰਮ ਕਾਂਡ ਵੀ ਕਰੇ, ਜਦੋਂ ਤੱਕ ਉਹ ਨਾਮ ਨਾਲ ਨਹੀਂ ਜੁੜਦਾ ਤੇ ਜੀਵ ਦੀ ਕਲਿਆਣ ਨਹੀਂ ਹੁੰਦੀ, ਉਹਨੂੰ ਮੁਕਤੀ ਹਾਸਲ ਨਹੀਂ ਹੁੰਦੀ। ਇਹ ਕਰਮ ਇੰਜ ਨੇ ਜਿਵੇਂ ਸਿਫਰ ਹੈ, ਸਿਫਰ ਜਿਹੜਾ ਨਾਮ ਹੈ ਉਹ ਏਕਾ ਹੈ। ਹੁਣ ਏਕਾ ਲਘੂ ਨਾਲ ਸਿਫਰਾਂ ਲੱਗਣਗੀਆਂ, ਕੀਮਤ ਵਧੇਗੀ। ਜੇ ਗਤ ਦੇਨ ਨ ਸਮਰਥ ਦੂਜਾ। ਕਿਉਂਕਿ ਨਾਮ ਤੋਂ ਬਿਨਾਂ ਕਲਿਆਣ ਦੇਣ ਨੂੰ, ਮੁਕਤ ਕਰਨ ਨੂੰ ਕੋਈ ਦੂਸਰਾ ਸਮਰੱਥ ਨਹੀਂ। ਭਾਵੇਂ ਜਿਤਨੇ ਮਰਜੀ ਕੋਈ ਕਰਮ ਕਰੀ ਜਾਵੇ ਜੀਵ। ਕਿਉਂ ਤਬ ਕਹੇ ਯੋਗ ਜਗ ਪੂਜਾ। ਫਿਰ ਇਹ ਕਿਉਂ ਕਿਹਾ ਵੀ ਯੋਗ ਵੀ ਕਰੋ, ਯੱਗ ਵੀ ਕਰੋ, ਪੂਜਾ ਵੀ ਕਰੋ, ਜਦੋਂ ਕਿ ਉਹਨਾਂ ਦਾ ਤਾਤਪਰਜ ਤੇ ਇਹ ਸੀ ਨਾ ਬਈ ਨਾਮ ਸਭ ਤੋਂ ਸ਼੍ਰੋਮਣੀ ਹੈ, ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ। ਫਿਰ ਉਹਨਾਂ ਨੇ ਨਾਲ ਨਾਲ ਇਹ ਕਿਉਂ ਕਿਹਾ ਵੀ ਯੱਗ ਵੀ ਕਰੋ, ਆ ਪੂਜਾ ਵੀ ਕਰੋ, ਯੋਗ ਵੀ ਕਰੋ। ਤ੍ਰੈ ਜੁਗ ਵਿਖੈ ਨਾਮ ਕੇ ਸੰਗਾ। ਤਿੰਨੇ ਯੁੱਗਾਂ ਦੇ ਵਿੱਚ ਜਿਹੜੇ ਪਿਛਲੇ ਯੁੱਗ ਹੋਏ ਤਿੰਨ, ਸਤਯੁਗ, ਤ੍ਰੇਤਾ, ਦੁਆਪਰ, ਇਹਨਾਂ ਤਿੰਨਾਂ ਯੁੱਗਾਂ ਵਿੱਚ ਨਾਮ ਦੇ ਨਾਲ ਦੁਤੀ ਉਪਾਏ ਕਹੇ ਸਰਗੰਗਾ। ਦੂਸਰੇ ਵੀ ਉਪਾਅ ਦੱਸ ਗਏ ਨਾਰਦ ਜੀ। ਕਲ ਮਹਿ ਕੇਵਲ ਨਾਮ ਬਖਾਨਾ। ਕਲਯੁਗ ਦੇ ਵਿੱਚ ਕੇਵਲ ਨਾਮ ਹੈ, ਕਲ ਕੇਵਲ ਨਾਮ ਆਧਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਕਲਯੁਗ ਦੇ ਵਿੱਚ ਕੇਵਲ ਨਾਮ ਦਾ ਹੀ ਆਸਰਾ ਹੈ। ਸਿਮਰਨ ਤੇ ਗਤ ਦੇ ਜਹਾਨਾ। ਜਿਹੜਾ ਸਿਮਰਨ ਕਰਦਾ ਉਹਦੀ ਕਲਿਆਣ ਹੋ ਜਾਂਦੀ ਹੈ, ਇਸ ਜਗਤ ਤੋਂ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਇਹ ਮਹਿਮਾ ਗੁਰੂ ਨਾਨਕ ਸਾਹਿਬ ਨੇ ਗਾਇਨ ਕੀਤੀ ਹੈ ਭਾਈ ਬਾਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।